सन्मानयोग गुरु निवाजी साध संगत जीओ, आप जी सतगुरु जी की परम पवित्र हजूरी अंदर सज बैठे हो। गुरबाणी पाठ अते कीर्तन आप जी ने सरवण कीता है। आओ हुण अपनियां मनोबिरतियां सतगुरु जी की अमृत बाणी की विचारधारा नाल जोड़िए। अज दी जो विचार है जिसनों आपां समझण दी कोशिश करनी है, श्री सुखमनी साहब जी की 21वीं अष्टपदी का 7वां बंद है, जो श्री गुरु ग्रंथ साहिब जी के अंक नंबर 292 ते दर्ज है। इस पूरी अष्टपदी के अंदर सतगुरु जी ने सानू अकाल पुरख वाहिगुरु जी दियां दो अवस्थावां जो बनदियां हन उन्हां दे बारे जानकारी बख्शिश कीती है। दो अवस्थावां हन, एक निर्गुण ते दूसरी सरगुण। जदों परम पिता परमात्मा निर्गुण अवस्था विच हुंदे ने, उदों अकाल पुरख वाहिगुरु नूं छड्ड के बाकी होर कुछ नहीं हुंदा। ते जदों परमात्मा अपनी मौज विच आके अपने आप दी सिरजना करदा है सरगुण स्वरूप विच, उदों ये खंड ब्रह्मंड, ये जीव जंतु, ये सब दिसदा अनदिसदा पसारा पसर जांदा है। सो गुरु साहब जी ने श्लोक में सानू ये गल समझा दिती सी, सरगुण निर्गुण निरंकार सुन समाधि आप, आपन किया नानका आपे ही फिर जाप। पिछे जो आपां 6 बंद विचारे ने, उन्हां दा संखेप जिहा भाव जो सतगुरु जी ने साडे नाल साझा कीता है। पहले बंद में सानू ये गल समझा दिती, जब आकार एक कछ ना दृष्टेता, पाप पुण्य तब कहते होता। जिहड़ा समुचा आकार असी वेखदे हां, जिस विच आपां भी हां, जदों ये आकार दृष्टमान नहीं सी होया, जदों इस नूं वेखिया नहीं सी जा सकदा, भाव परमात्मा दी निर्गुण अवस्था, उदों पाप अते पुण्य दी कोई कहानी नहीं सी। ना कोई पुण्य पाप करदा सी, ना हुंदा सी, क्योंकि उदों कुछ है ही नहीं सी रब जी तो बिना। दूजे बंद में सतगुरु जी ने सानू समझाया, जब होवत प्रभ केवल धनी, तब बंध मुकत कहो किस को गनी। दसो किनू आखिए कि कोई बंधना विच बज्झा होया है ते कोई नहीं बज्झा होया, जदों केवल ते केवल एक अकाल पुरख वाहिगुरु जो सबना दा मालक है वो ही सी। फिर तीसरे बंद में सानू समझा दिता, अविनाशी सुख आपन आसन, तह जन्म मरण कहो कहाँ विनाशन। जदों अविनाशी वाहिगुरु जिहदा कदी नाश नहीं हुंदा, वो अपने सुख आसन विच विराजमान सी। इत्थे सुख आसन आख्या ते श्लोक विच इस अवस्था नूं सुन समाधि आख्या।
ਸੁੰਨ ਸਮਾਧੀ ਦਾ ਮਤਲਬ ਹੈ ਕਿ ਜਦੋਂ ਉਹ ਫੁਰਨਾ ਰਹਿਤ ਸੀ। ਇਹੋ ਹੀ ਅਰਥ ਸੁਖ ਆਸਨ ਦੇ ਹੁੰਦੇ ਨੇ। ਸੋ ਪਰਮਾਤਮਾ ਜਦੋਂ ਸੁਖ ਆਸਨ ਵਿੱਚ ਸੀ, ਅਬਿਨਾਸ਼ੀ ਵਾਹਿਗੁਰੂ, ਉਦੋਂ ਨਾ ਕਿਸੇ ਦਾ ਜਨਮ ਹੁੰਦਾ ਸੀ, ਨਾ ਕਿਸੇ ਦਾ ਮਰਨ ਹੁੰਦਾ ਸੀ, ਤੇ ਦੱਸੋ ਉਦੋਂ ਕੌਣ ਬਿਨਸਦਾ ਸੀ? ਭਾਵ ਕਿਸੇ ਦਾ ਵਿਨਾਸ਼ ਵੀ ਨਹੀਂ ਸੀ ਹੁੰਦਾ। ਫਿਰ ਸਾਨੂੰ ਚੌਥੇ ਬੰਦਵੇ ਸਾਹਿਬ ਜੀ ਨੇ ਸਮਝਾਇਆ, ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹੋ ਕਿਆ ਤੋਤਾ। ਜਦੋਂ ਜੀਵਾਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਉਸ ਨਿਰਮਲ ਅਵਸਥਾ ਵਿੱਚ ਸੀ, ਜਦੋਂ ਕੁਝ ਦਿਸਣ ਵਾਲੀ ਵਸਤੂ ਹੈ ਹੀ ਨਹੀਂ ਸੀ, ਉਸ ਅਵਸਥਾ ਨੂੰ ਨਿਰਮਲ ਅਵਸਥਾ ਵੀ ਆਖਿਆ। ਵਾਹਿਗੁਰੂ ਜੀ ਜਦੋਂ ਸਰਗੁਣ ਵਿੱਚ ਆ ਜਾਂਦੇ ਨੇ, ਇਹ ਦੂਸਰੀ ਅਵਸਥਾ ਹੈ, ਤੇ ਹਰ ਚੀਜ਼ ਦੇ ਫਿਰ ਦੋ ਪਹਿਲੂ ਬਣ ਜਾਂਦੇ ਨੇ। ਵਾਹਿਗੁਰੂ ਜੀ ਹੁਣ ਵੀ ਨਿਰਮਲ ਹਨ, ਪਰ ਸਰਗੁਣ ਅਵਸਥਾ ਦਾ ਦੂਸਰਾ ਪਾਸਾ, ਜੇ ਇੱਕ ਪਾਸਾ ਉਹਦਾ ਨਿਰਮਲ ਹੈ ਤੇ ਦੂਸਰਾ ਪਾਸਾ ਮੈਲ ਸਹਿਤ ਹੈ। ਜਿਸ ਤਰ੍ਹਾਂ ਬਾਕੀ ਬਹੁਤ ਸਾਰੀਆਂ ਚੀਜ਼ਾਂ, ਦਿਨ ਬਣਿਆ ਤੇ ਰਾਤ ਬਣੀ, ਅੰਮ੍ਰਿਤ ਬਣਿਆ ਤੇ ਜ਼ਹਿਰ ਬਣਿਆ, ਫੁੱਲ ਬਣੇ ਤੇ ਕੰਡੇ ਬਣੇ, ਧਰਤੀ ਬਣੀ ਤੇ ਆਕਾਸ਼ ਬਣਿਆ, ਕੁਝ ਚੰਗਾ ਹੋਇਆ ਤੇ ਨਾਲ ਕੁਝ ਮਾੜਾ ਵੀ ਹੋਇਆ। ਇਸ ਤਰ੍ਹਾਂ ਹੀ ਜੇ ਨਿਰਮਲ ਹੈ ਤੇ ਇੱਕ ਪਾਸੇ ਮੈਲ ਵੀ ਹੈ, ਜੇ ਮੈਲ ਹੈ ਤੇ ਇੱਕ ਪਾਸਾ ਨਿਰਮਲ ਵੀ ਹੈ। ਸੋ ਪਰਮਾਤਮਾ ਜਦੋਂ ਉਸ ਅਵਸਥਾ ਵਿੱਚ ਸੀ, ਤੇ ਦੱਸੋ ਉਦੋਂ ਕਿਹਨੂੰ ਮੈਲ ਲੱਗਦੀ ਸੀ ਵਿਕਾਰਾਂ ਦੀ, ਤੇ ਕਿਹਨੂੰ ਧੋਤਾ ਜਾਂਦਾ ਸੀ? ਭਾਵ ਕੁਝ ਸੀ ਹੀ ਨਹੀਂ। ਪੰਜਵਾਂ ਬੰਦ, ਜਬ ਆਪਣੀ ਸ਼ੋਭਾ ਆਪਨ ਸੰਗ ਬਣਾਈ, ਤਬ ਕਵਨ ਮਾਏ ਬਾਪ ਮਿੱਤਰ ਸੁਤ ਪਾਈ। ਉਸ ਅਵਸਥਾ ਵਿੱਚ ਸੀ ਮਾਲਕ, ਜਦੋਂ ਉਹਦੀ ਸ਼ੋਭਾ ਉਹਨੂੰ ਹੀ ਬਣ ਆਉਂਦੀ ਸੀ, ਹੋਰ ਕਿਸੇ ਨੂੰ ਪਤਾ ਹੀ ਨਹੀਂ ਸੀ, ਕਿਉਂਕਿ ਕੋਈ ਹੈ ਹੀ ਨਹੀਂ ਸੀ। ਉਦੋਂ ਦੱਸੋ ਕੌਣ ਕਿਸੇ ਦੀ ਮਾਂ ਸੀ, ਕੌਣ ਕਿਸੇ ਦਾ ਪਿਤਾ ਸੀ, ਕੌਣ ਕਿਸੇ ਦਾ ਮਿੱਤਰ, ਪੁੱਤਰ ਤੇ ਭਰਾ ਸੀ? ਭਾਵ ਕੁਝ ਵੀ ਨਹੀਂ ਸੀ। ਛੇਵੇਂ ਬੰਦ ਵਿੱਚ ਸਾਨੂੰ ਸਮਝਾਇਆ, ਜਹ ਅਛਲ ਅਛੇਦ ਅਭੇਦ ਸਮਾਇਆ। ਜਿਸ ਅਵਸਥਾ ਵਿੱਚ ਉਹ ਨਾ ਛਲੇ ਜਾਣ ਵਾਲਾ, ਜਿਸ ਅਗੰਮੀ ਸ਼ਕਤੀ ਵਿੱਚ ਛੇਦ ਨਾ ਕੀਤਾ ਜਾ ਸਕੇ, ਉਸ ਨੂੰ ਤੋੜਿਆ ਨਾ ਜਾ ਸਕੇ, ਜਿਸ ਦੇ ਭੇਦ ਨੂੰ ਪੂਰਨ ਤੌਰ ਤੇ ਸਮਝਿਆ ਨਾ ਜਾ ਸਕੇ, ਉਹ ਆਪਣੇ ਆਪ ਵਿੱਚ ਹੀ ਸਮਾਇਆ ਹੋਇਆ ਸੀ। ਉਹਾਂ ਕਿਸੈ ਵਿਆਪਤ ਮਾਇਆ। ਉਸ ਅਵਸਥਾ ਵਿੱਚ ਦੱਸੋ ਕਿਸ ਨੂੰ ਮਾਇਆ ਦਾ ਪ੍ਰਭਾਵ ਵਿਆਪਦਾ ਸੀ? ਭਾਵ ਕਿਹਦੇ ਉੱਤੇ ਮਾਇਆ ਦਾ ਪ੍ਰਭਾਵ ਪੈਂਦਾ ਸੀ, ਜਦੋਂ ਮਾਇਆ ਸੀ ਹੀ ਨਹੀਂ, ਕੁਝ ਦੂਜੀ ਚੀਜ਼ ਹੈ ਹੀ ਨਹੀਂ ਸੀ। ਸੋ ਇਹਨਾਂ 6 ਬੰਦਾਂ ਦੇ ਅੰਦਰ ਗੁਰੂ ਸਾਹਿਬ ਨੇ ਸਾਡੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਨਿਰਗੁਣ ਅਵਸਥਾ ਦਾ ਜ਼ਿਕਰ ਕੀਤਾ ਹੈ। ਆਓ ਹੁਣ ਜਰਾ ਉਸ ਦੀ ਅਸੀਂ ਸਰਗੁਣ ਅਵਸਥਾ ਵੱਲ ਝਾਤੀ ਮਾਰਦੇ ਹਾਂ, ਜਿਹੜੀ ਅਵਸਥਾ ਪੰਜਵੇਂ ਗੁਰਦੇਵ ਨੇ ਸਾਨੂੰ ਪ੍ਰਭੂ ਜੀ ਦੀ ਵਿਖਾਈ ਹੈ। ਇਸ 7ਵੇਂ ਬੰਦ ਵਿੱਚ ਆਪ ਜੀ ਫਰਮਾਉਂਦੇ ਨੇ, ਜਹ ਆਪ ਰਚਿਓ ਪਰਪੰਚ ਆਕਾਰ, ਤੇਹ ਗੁਣ ਮਹਿ ਕੀਨੋ ਵਿਸਥਾਰ। ਉਹ ਜਿਹੜੀਆਂ ਪਹਿਲਾਂ ਸਾਨੂੰ 6 ਸਿੱਖਿਆਵਾਂ ਦਿੱਤੀਆਂ, ਜਿਨ੍ਹਾਂ ਵਿੱਚ ਸਮਝਾਇਆ ਕਿ ਵਾਹਿਗੁਰੂ ਜੀ ਨਿਰਗੁਣ ਸਵਰੂਪ ਵਿੱਚ ਸਨ, ਉਹੋ ਹੀ ਨਿਰਗੁਣ ਸਵਰੂਪ ਵਿੱਚ ਵਾਹਿਗੁਰੂ ਜਦੋਂ ਉਹਦੀ ਮਰਜ਼ੀ ਹੋਈ, ਉਹਨੂੰ ਕਿਸੇ ਨੇ ਆਖਿਆ ਨਹੀਂ ਕਿ ਤੂੰ ਸ੍ਰਿਸ਼ਟੀ ਦੀ ਰਚਨਾ ਕਰ, ਉਹਨੂੰ ਕਿਸੇ ਨੇ ਸਲਾਹ ਨਹੀਂ ਦਿੱਤੀ, ਨਾ ਹੀ ਉਹਨੇ ਕਿਸੇ ਨੂੰ ਸਲਾਹ ਪੁੱਛੀ, ਕਿਉਂਕਿ ਉਦੋਂ ਉਹਦੇ ਤੋਂ ਬਿਨਾਂ ਕੁਝ ਹੋਰ ਹੈ ਹੀ ਨਹੀਂ ਸੀ। ਉਹ ਆਪਣੇ ਆਪ ਵਿੱਚ ਆਪ ਸੀ, ਤੇ ਉਹਨੇ ਆਪਣੇ ਆਪੇ ਤੋਂ ਕੀ ਕੀਤਾ? ਆਪੀ ਨੇ ਆਪ ਸਾਜਿਓ
ਆਪੀ ਨ ਰਚਿਓ ਨਾਉ, ਦੋਈ ਕੁਦਰਤ ਸਾਜੀਐ, ਕਰ ਆਸਨ ਡਿਠੋ ਚਾਉ। ਜਹ ਆਪ ਰਚਿਓ ਪਰਪੰਚ ਆਕਾਰ। ਪਰਪੰਚ ਦਾ ਮਤਲਬ ਹੈ ਜੋ ਦਿਸਦਾ ਜਗਤ ਤਮਾਸ਼ਾ ਹੈ। ਇਸ ਨੂੰ ਪਰਪੰਚ ਸਤਿਗੁਰੂ ਜੀ ਆਖਦੇ ਨੇ। ਜਿਸ ਅਵਸਥਾ ਵਿੱਚ ਉਸ ਪ੍ਰਭੂ ਨੇ ਆਪਣੇ ਆਪ ਹੀ ਇਸ ਸਮੁੱਚੇ ਆਕਾਰ ਦੀ ਰਚਨਾ ਕੀਤੀ, ਇਸ ਖੇਲ ਨੂੰ, ਇਸ ਤਮਾਸ਼ੇ ਨੂੰ ਹੋਂਦ ਵਿੱਚ ਲਿਆਂਦਾ। ਜਦੋਂ ਉਹਨੇ ਇਸ ਦੀ ਰਚਨਾ ਕੀਤੀ ਉਦੋਂ ਕੀ ਹੋਇਆ? ਤੇਹ ਗੁਣ ਮਹਿ ਕੀਨੋ ਵਿਸਥਾਰ। ਇਸ ਸਮੁੱਚੀ ਰਚਨਾ ਦਾ ਜਿਹੜਾ ਵਿਸਥਾਰ ਹੈ ਉਹ ਵਾਹਿਗੁਰੂ ਜੀ ਨੇ ਤਿੰਨਾਂ ਗੁਣਾਂ ਵਿੱਚ ਕੀਤਾ। ਉਹਨਾਂ ਤਿੰਨਾਂ ਗੁਣਾਂ ਦਾ ਜ਼ਿਕਰ ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਹੋਇਆ। ਭਗਤ ਕਬੀਰ ਸਾਹਿਬ ਜੀ ਨੇ ਇੱਕ ਥਾਂ ਤੇ ਉਹ ਬਚਨ ਸਾਡੇ ਨਾਲ ਸਾਂਝੇ ਕੀਤੇ ਨੇ। ਆਪ ਜੀ ਫਰਮਾਉਂਦੇ ਨੇ, ਜਿਹੜੇ ਤਿੰਨ ਗੁਣ ਨੇ, ਰਜ ਗੁਣ, ਤਮ ਗੁਣ, ਸਤ ਗੁਣ ਕਹੀਐ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਤਿੰਨ ਗੁਣ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਰਜੋ ਗੁਣ ਵਿੱਚ ਅਸੀਂ ਆਪਣੀ ਚੰਗੀ ਰਾਜਸੀ ਤੇ ਆਰਥਿਕ ਹਾਲਤ ਵਿੱਚ ਹੁੰਦੇ ਆ। ਜਿਸ ਹਾਲਤ ਵਿੱਚ ਬੰਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਉਤੇਜਿਤ ਹੁੰਦੇ ਨੇ, ਇਸ ਨੂੰ ਰਾਜਸਿਕ ਹਾਲਤ ਆਖਦੇ ਨੇ ਜਾਂ ਰਜੋ ਗੁਣ ਆਖਦੇ ਨੇ। ਤਮੋ ਗੁਣ, ਜਿਸ ਵਿੱਚ ਸੰਸਾਰ ਦੇ ਅੰਦਰ ਲੜਾਈਆਂ, ਝਗੜੇ, ਕਲਾ ਕਲੇਸ਼ ਵਾਪਰਦੇ ਨੇ, ਉਸ ਅਵਸਥਾ ਨੂੰ ਤਮੋ ਗੁਣ ਆਖਦੇ ਨੇ। ਤੇ ਸਤੋ ਗੁਣ ਉਸ ਅਵਸਥਾ ਨੂੰ ਕਹਿੰਦੇ ਨੇ ਜਿਹਦੇ ਵਿੱਚ ਸਤ ਦੀ ਪ੍ਰਧਾਨਤਾ ਹੁੰਦੀ ਏ। ਉਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦਾ ਪ੍ਰਭਾਵ ਮਨੁੱਖੀ ਮਨ ਉੱਤੇ ਘੱਟ ਪੈਂਦਾ ਹੈ ਤੇ ਉਦੋਂ ਕਲਾ ਕਲੇਸ਼ ਤੇ ਲੜਾਈਆਂ ਝਗੜੇ ਵੀ ਨਾ ਮਾਤਰ ਹੁੰਦੇ ਨੇ। ਉਹ ਹੈ ਸਤੋ ਗੁਣੀ ਅਵਸਥਾ। ਇਹ ਤਿੰਨ ਅਵਸਥਾਵਾਂ ਸਾਡੀਆਂ ਸਭਨਾਂ ਦੀਆਂ ਬਣਦੀਆਂ ਨੇ। ਇਹੀ ਪਰਮੇਸ਼ਰ ਨੇ ਜਦੋਂ ਸਰਗੁਣ ਸਵਰੂਪ ਧਾਰਨ ਕੀਤਾ ਤੇ ਉਹਦੀਆਂ ਆਪਣੀਆਂ ਅਵਸਥਾਵਾਂ ਬਣੀਆਂ। ਉਹੀ ਤਿੰਨੇ ਅਵਸਥਾਵਾਂ ਸਾਡੀਆਂ ਬਣਦੀਆਂ ਨੇ। ਹੁਣ ਚੌਥੀ ਅਵਸਥਾ ਹੈ। ਚੌਥੀ ਅਵਸਥਾ ਨੂੰ ਜਿਹੜਾ ਮਨੁੱਖ ਪ੍ਰਾਪਤ ਹੋ ਜਾਂਦਾ ਹੈ ਉਸ ਨੂੰ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਪਰਮ ਪਦਵੀ ਦਾ ਮਤਲਬ ਹੈ ਸਭ ਤੋਂ ਉੱਚੀ ਪਦਵੀ, ਸਭ ਤੋਂ ਉੱਚਾ ਅਹੁਦਾ। ਸੰਸਾਰ ਦੇ ਵਿੱਚ ਇਹ ਸਭ ਤੋਂ ਉੱਚਾ ਅਹੁਦਾ ਜਾਂ ਗੁਰੂਆਂ ਨੂੰ, ਮਹਾਂਪੁਰਸ਼ਾਂ ਨੂੰ, ਭਗਤਾਂ ਨੂੰ, ਸੰਤਾਂ ਨੂੰ ਪ੍ਰਾਪਤ ਹੁੰਦਾ ਹੈ। ਦੁਨੀਆ ਵਿੱਚ ਬੜੇ ਬੜੇ ਵੱਡੇ ਲੋਕ ਨੇ, ਦੁਨਿਆਵੀ ਵੱਡੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੁੰਦੇ ਨੇ, ਪਰ ਸਭ ਤੋਂ ਉੱਚੀ ਪਦਵੀ ਜਿਹੜਾ ਮਨੁੱਖ ਵਾਹਿਗੁਰੂ ਜੀ ਨਾਲ ਅਭੇਦ ਹੋ ਜਾਏ ਉਸ ਨੂੰ ਪ੍ਰਾਪਤ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਅਸੀਂ ਸਮਝ ਸਕਦੇ ਹਾਂ, ਜਿੰਨੇ ਵੱਡੇ ਵੱਡੇ ਰਾਜੇ, ਮਹਾਰਾਜੇ, ਹੋਰ ਦੁਨਿਆਵੀ ਉੱਚ ਅਹੁਦਿਆਂ ਦੇ ਮਾਲਕ ਲੋਕ ਹੋਏ ਨੇ, ਆਖਰ ਉਹਨਾਂ ਦੇ ਨਾਂ ਕਦੀ ਨਾ ਕਦੀ ਦੁਨੀਆ ਦੇ ਤਖਤੇ ਤੋਂ, ਇਤਿਹਾਸ ਵਿੱਚੋਂ ਮਿਟ ਜਾਂਦੇ ਨੇ, ਪਰ ਪ੍ਰਭੂ ਜੀ ਦਾ ਨਾਮ ਕਦੇ ਨਹੀਂ ਮਿਟਦਾ। ਇਹ ਬ੍ਰਹਿਮੰਡੀ ਰਚਨਾ ਰਵੇ ਜਾਂ ਨਾ ਰਵੇ, ਉਹਦੀ ਹੋਂਦ ਫਿਰ ਵੀ ਰਵੇਗੀ ਤੇ ਜਿਹੜਾ ਉਹਦੇ ਵਿੱਚ ਸਮਾ ਜਾਏ, ਉਹਦੇ ਵਿੱਚ ਲੀਨ ਹੋ ਜਾਏ, ਉਹ ਆਪਣੀ ਉਸ ਪਹਿਲੀ ਨਿਰਗੁਣ ਅਵਸਥਾ ਵਿੱਚ ਚਲਾ ਜਾਂਦਾ ਹੈ। ਫਿਰ ਉਹਦਾ ਨਾਮਣਾ ਵੀ ਕਦੇ ਨਹੀਂ ਮਿਟਦਾ। ਤੇ ਇਹ ਗੁਣ ਮਹਿ ਕੀਨੋ ਵਿਸਥਾਰ। ਉਸ ਪ੍ਰਭੂ ਨੇ ਇਸ ਤਰ੍ਹਾਂ ਇਹ ਤਿੰਨਾਂ ਗੁਣਾਂ ਦੇ ਵਿੱਚ, ਭਾਵ ਮਾਇਆ ਵੀ ਤਿੰਨਾਂ ਗੁਣਾਂ ਵਿੱਚ, ਉਸ ਪ੍ਰਭੂ ਜੀ ਨੇ ਆਪਣੇ ਆਪੇ ਦਾ ਵਿਸਥਾਰ ਕਰ ਦਿੱਤਾ। ਜਦੋਂ ਇਹ ਤਿੰਨ ਗੁਣੀ ਵਿਸਥਾਰ ਹੋਇਆ ਤੇ ਫਿਰ ਅੱਗੇ ਜਿਹੜੀ ਗੱਲ ਚੱਲੀ ਉਹਦੇ ਵਿੱਚ ਪੁੰਨ ਪਾਪ ਆ ਗਿਆ, ਉਹਦੇ ਵਿੱਚ ਨਰਕ ਤੇ ਸਵਰਗ ਆ ਗਏ। ਹੁਣ ਗੁਰਬਾਣੀ ਵਿੱਚ ਸਾਨੂੰ ਬਹੁਤ ਥਾਵਾਂ ਤੇ ਪੁੰਨ ਪਾਪ ਬਾਰੇ ਤੇ ਨਰਕ ਸਵਰਗ ਬਾਰੇ ਬੜਾ ਵਿਸਥਾਰ ਵਿੱਚ ਸਮਝਾਇਆ ਗਿਆ ਹੈ, ਪਰ ਅਸੀਂ ਉਸ ਨੂੰ ਸਮਝਦੇ ਨਹੀਂ, ਅਸੀਂ ਉਸ ਨੂੰ ਵਿਚਾਰਦੇ ਨਹੀਂ। ਬਿਨਾਂ ਪੜ੍ਹਿਆਂ, ਬਿਨਾਂ ਸੋਚਿਆਂ ਸਮਝਿਆਂ, ਬਿਨਾਂ ਵਿਚਾਰਿਆਂ ਅਸੀਂ ਅੱਗੇ ਲੰਘ ਜਾਂਦੇ ਹਾਂ ਅੱਖਾਂ ਬੰਦ ਕਰਕੇ।
ਜਿਸ ਦੇ ਫਲ ਸਵਰੂਪ ਸਾਡੇ ਮਨ ਉੱਤੇ ਵੀ ਜਿਹੜਾ ਨਰਕ ਸਵਰਗ ਦਾ ਡਰ ਤੇ ਲਾਲਸਾ ਏ ਉਹ ਵੀ ਬਣੀ ਰਹਿੰਦੀ ਏ। ਪੁੰਨ ਤੇ ਪਾਪ ਕਰਨ ਤੇ ਛੱਡਣ ਦੀ ਗੱਲ ਵੀ ਸਾਡੇ ਅੰਦਰ ਚੱਲਦੀ ਰਹਿੰਦੀ ਏ। ਗੁਰੂ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਬਚਨ ਨੇ ਗੁਰਬਾਣੀ ਵਿੱਚ ਆਪ ਜੀ ਸਾਨੂੰ ਸਮਝਾਉਂਦਿਆਂ ਇਹ ਬਚਨ ਲਿਖਦੇ ਨੇ, ਕਥਾ ਕਹਾਣੀ ਵੇਦੀ ਆਣੀ ਪਾਪ ਪੁੰਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ। ਉੱਤਮ ਮੱਧਮ ਜਾਤੀ ਜਿਨਸੀ ਭਰਮ ਭਵੈ ਸੰਸਾਰ। ਇਹ ਬਚਨ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ, ਜਿਹਦੇ ਵਿੱਚ ਸਾਨੂੰ ਉਹਨਾਂ ਨੇ ਇਹ ਗੱਲ ਸਮਝਾ ਦਿੱਤੀ ਕਿ ਜਦੋਂ ਇਹ ਤਿੰਨ ਗੁਣੀ ਰਚਨਾ ਪ੍ਰਭੂ ਜੀ ਨੇ ਰਚ ਦਿੱਤੀ, ਆਪਾਂ ਸਾਰੇ ਹੋਂਦ ਵਿੱਚ ਆਏ, ਭਾਵ ਜੀਵ ਜੰਤੂ ਮਨੁੱਖ ਇਹ ਸਾਰਾ ਦਿਸਦਾ ਪਸਾਰਾ ਜਦੋਂ ਹੋਂਦ ਵਿੱਚ ਆਇਆ ਤੇ ਕਿਸੇ ਨੇ ਕੋਈ ਕਰਮ ਕੀਤਾ ਤੇ ਲੋਕਾਂ ਨੇ ਉਸ ਕਰਮ ਨੂੰ ਪਸੰਦ ਕੀਤਾ ਕਿ ਇਹਨੇ ਬਹੁਤ ਚੰਗਾ ਕੀਤਾ, ਤੇ ਮਨੁੱਖਤਾ ਦੇ ਇਤਿਹਾਸ ਵਿੱਚ ਉਸ ਕਰਮ ਨੂੰ ਚੰਗਾ ਕਰਮ ਲਿਖ ਦਿੱਤਾ ਗਿਆ। ਜਦੋਂ ਕਿਸੇ ਮਨੁੱਖ ਨੇ ਕੋਈ ਅਜਿਹਾ ਕਰਮ ਕਰ ਦਿੱਤਾ ਜਿਸ ਨੂੰ ਸਮਾਜ ਨੇ ਜਾਂ ਮਨੁੱਖਤਾ ਨੇ ਮਾੜਾ ਕਰਮ ਆਖਿਆ, ਤੇ ਉਹ ਮਨੁੱਖਤਾ ਦੇ ਇਤਿਹਾਸ ਦੇ ਅੰਦਰ ਇੱਕ ਮਾੜਾ ਕਰਮ ਲਿਖਿਆ ਗਿਆ। ਚੰਗੇ ਕਰਮ ਨੂੰ ਅਸੀਂ ਪੁੰਨ ਦਾ ਨਾਂ ਦੇ ਦਿੱਤਾ ਤੇ ਮਾੜੇ ਕਰਮ ਨੂੰ ਅਸੀਂ ਪਾਪ ਦਾ ਨਾਂ ਦੇ ਦਿੱਤਾ। ਰੱਬ ਜੀ ਨੇ ਨਾ ਪੁੰਨ ਬਣਾਇਆ ਨਾ ਪਾਪ ਬਣਾਇਆ। ਇਹ ਸਾਡੇ ਕਰਮ ਸਨ ਦੋ ਤਰ੍ਹਾਂ ਦੇ, ਤੇ ਸਿਆਣੇ ਲੋਕਾਂ ਨੇ ਉਹਨਾਂ ਕਰਮਾਂ ਨੂੰ ਨਾਂ ਦੇ ਦਿੱਤੇ। ਇੱਕ ਕਰਮ ਨੂੰ ਜਿਹਨੂੰ ਸਾਰਿਆਂ ਲੋਕਾਂ ਨੇ ਪਸੰਦ ਕੀਤਾ ਉਸ ਨੂੰ ਆਖਿਆ ਇਹ ਪੁੰਨ ਕਰਮ ਹੈ। ਦੂਸਰੇ ਪਾਸੇ ਜਿਸ ਕਰਮ ਨੂੰ ਜਿਸ ਕੰਮ ਨੂੰ ਲੋਕਾਂ ਨੇ ਪਸੰਦ ਨਾ ਕੀਤਾ ਉਸ ਨੂੰ ਅਸੀਂ ਪਾਪ ਕਰਮ ਆਖ ਦਿੱਤਾ। ਫਿਰ ਅੱਗੇ ਇੱਥੇ ਗੱਲ ਰੁਕ ਨਾ ਗਈ, ਅੱਗੇ ਗੱਲ ਆਰੰਭ ਹੋ ਗਈ। ਉਹ ਗੱਲ ਕੀ ਆਰੰਭ ਹੋਈ ਕਿ ਜਿਹੜੇ ਲੋਕ ਪਾਪ ਕਰਮ ਕਰਨਗੇ ਉਹ ਨਰਕਾਂ ਵਿੱਚ ਸੁੱਟੇ ਜਾਣਗੇ, ਭਾਵ ਉਹ ਦੁਖੀ ਹੋਣਗੇ। ਜਿਹੜੇ ਲੋਕ ਚੰਗੇ ਕਰਮ ਕਰਨਗੇ ਉਹਨਾਂ ਨੂੰ ਸਵਰਗ ਮਿਲੇਗਾ, ਉਹਨਾਂ ਨੂੰ ਬਹਿਸ਼ਤ ਮਿਲੇਗਾ, ਉਹ ਸੁਖੀ ਰਹਿਣਗੇ। ਸੋ ਇੱਥੋਂ ਕਰਕੇ ਪੁੰਨ ਪਾਪ ਤੇ ਨਰਕ ਸਵਰਗ ਦੀ ਜਿਹੜੀ ਵਿਚਾਰਧਾਰਾ ਹੈ ਉਹ ਤੁਰ ਪਈ। ਰੱਬ ਨੇ ਨਾ ਕੋਈ ਨਰਕ ਬਣਾਇਆ ਤੇ ਨਾ ਕੋਈ ਸਵਰਗ ਬਣਾਇਆ, ਨਾ ਉਹਨੇ ਕੋਈ ਪੁੰਨ ਬਣਾਇਆ ਤੇ ਨਾ ਉਹਨੇ ਕੋਈ ਪਾਪ ਬਣਾਇਆ। ਇਹ ਸਭ ਕੁਝ ਇਨਸਾਨ ਦੀ ਕਾਢ ਹੈ, ਮਨੁੱਖਤਾ ਦੀ ਹੀ ਮਨੁੱਖਤਾ ਨੂੰ ਦੇਣ ਹੈ। ਤੇ ਇਹਦੇ ਵਿੱਚ ਮੈਨੂੰ ਆਖਣ ਤੋਂ ਸੰਕੋਚ ਨਹੀਂ, ਜ਼ਿਆਦਾ ਹੱਥ ਸਾਡੇ ਧਾਰਮਿਕ ਲੋਕਾਂ ਦਾ ਹੈ, ਪੁਜਾਰੀ ਜਮਾਤ ਦਾ ਹੈ। ਜਿਹੜੇ ਲੋਕ ਕੇਵਲ ਧਰਮ ਦੀਆਂ ਗੱਲਾਂ ਸਿੱਖ ਗਏ, ਪਾਪ ਪੁੰਨ ਦੀ ਗੱਲ ਅਸੀਂ ਉੱਤੇ ਸਮਝਿਆ। ਗੁਰੂ ਅੰਗਦ ਦੇਵ ਜੀ ਨੇ ਆਖਿਆ ਕਿ ਕਥਾ ਕਹਾਣੀ ਵੇਦੀ ਆਣੀ ਪਾਪ ਪੁੰਨ ਵਿਚਾਰ। ਇਹਦਾ ਮਤਲਬ ਇਹ ਆ ਕਿ ਜਿਹੜੀਆਂ ਕਥਾ ਕਹਾਣੀਆਂ ਵੇਦਾਂ ਸ਼ਾਸਤਰਾਂ ਵਿੱਚ ਲਿਖੀਆਂ ਗਈਆਂ ਉਹ ਅੱਗੇ ਪ੍ਰਚਲਿਤ ਹੋਈਆਂ ਤੇ ਉਹਨਾਂ ਦੇ ਆਧਾਰ ਤੇ ਲੋਕਾਂ ਨੇ ਚੰਗਾ ਮਾੜਾ ਮਿਥ ਲਿਆ ਤੇ ਉਹਨਾਂ ਦੇ ਆਧਾਰ ਤੇ ਨਰਕ ਤੇ ਸਵਰਗ ਬਣ ਗਏ। ਸੋ ਸਤਿਗੁਰੂ ਸਾਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਇਸ ਪੁਜਾਰੀ ਵਰਗ ਨੇ, ਇਸ ਧਾਰਮਿਕ ਲੋਕਾਂ ਨੇ ਮਨੁੱਖਤਾ ਦੇ ਮਨਾਂ ਵਿੱਚ ਇੱਕ ਤਰ੍ਹਾਂ ਨਾਲ ਤੇ ਗੱਲ ਚੰਗੀ ਸੀ ਕਿ ਮਨੁੱਖ ਨਰਕ ਦੇ ਡਰ ਤੋਂ ਚੰਗੇ ਕਰਮ ਕਰੇ। ਗੱਲ ਤੇ ਬੜੀ ਵਧੀਆ ਸੀ, ਪਰ ਉਹ ਵਧੀਆ ਨਾ ਰਹਿ ਗਈ। ਨਰਕ ਦੇ ਡਰ ਤੋਂ ਮਨੁੱਖ ਉਹੋ ਹੀ ਕਰਮ ਤੇ ਕਰਦਾ, ਪਰ ਉਹ ਲੁਕ ਕੇ ਕਰਨੇ ਸ਼ੁਰੂ ਕਰ ਦਿੱਤੇ, ਕਿਸੇ ਨੂੰ ਪਤਾ ਹੀ ਨਾ ਲੱਗ ਜਾਏ। ਜੇ ਸਮਾਜ ਵਿੱਚ ਪਤਾ ਹੀ ਨਾ ਲੱਗੇਗਾ ਤੇ ਮੈਨੂੰ ਕੌਣ ਮਾੜਾ ਆਖਣ ਵਾਲਾ ਹੈ, ਕੌਣ ਆਖੇਗਾ ਕਿ ਇਹਨੇ ਬੜਾ ਪਾਪ ਕੀਤਾ। ਤੇ ਜੇ ਕੋਈ ਚੰਗਾ ਕਰਮ ਕਰਨਾ ਚਾਹਿਆ ਕਿਸੇ ਨੇ ਤੇ ਉਹਨੂੰ ਬੜਾ ਉਛਾਲਿਆ ਗਿਆ ਕਿ ਸਾਰੀ ਦੁਨੀਆ ਨੂੰ ਪਤਾ ਲੱਗ ਜੇ ਇਸ ਬੰਦੇ ਨੇ ਇੱਕ ਪੁੰਨ ਕਰਮ ਕਰ ਦਿੱਤਾ, ਹੁਣ ਇਹ ਸਵਰਗਾਂ ਦਾ ਭਾਗੀ ਬਣੇਗਾ, ਇਹਨੂੰ ਹੁਣ ਬਹਿਸ਼ਤ ਮਿਲੇਗੀ। ਸਿਰਫ ਇੰਨੀ ਕੀ ਵਿਚਾਰ ਏ ਮਨੁੱਖਤਾ ਦੇ ਮਨਾਂ ਵਿੱਚ ਪੁੰਨ ਤੇ ਪਾਪ ਦੀ। ਪਾਪ ਕਰਨਾ ਤੇ ਉਹਨੂੰ ਛੁਪਾ ਲਈਏ, ਕਿਤੇ ਨਰਕਾਂ 'ਚ ਨਾ ਜਾਣਾ ਪੈ ਜੇ। ਪਾਪ ਕਰਨਾ ਤੇ ਛੁਪਾ ਲਈਏ, ਜੇ ਪੁੰਨ ਕਰਨਾ ਤੇ ਉਹਨੂੰ ਜ਼ਾਹਰ ਕਰੀਏ। ਤੇ ਜ਼ਾਹਰ ਕਰਿਆ ਕੀ ਹੋਇਆ, ਬੰਦੇ ਦੀ ਹਉਮੈ ਵਧੀ।
ਤੇ ਬੰਦੇ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਹਉਮੈ ਕੀਤਿਆਂ ਨੇ ਨਰਕ ਵਿੱਚ ਜਾਣਾ ਹੈ, ਚਾਹੇ ਲੱਖ ਪੁੰਨ ਕਰਮ ਕਮਾ ਲਵੇ। ਜਿਹੜੀ ਗੱਲ ਮੈਂ ਪੁਜਾਰੀਵਾਦ ਦੀ ਕੀਤੀ, ਇਹਨਾਂ ਧਾਰਮਿਕ ਲੋਕਾਂ ਦੀ ਕੀਤੀ, ਉਹ ਮੈਂ ਐਵੇਂ ਨਹੀਂ ਕੀਤੀ। ਮੈਂ ਬਹੁਤ ਸੁਣਿਆ ਤੇ ਪੜ੍ਹਿਆ ਤੇ ਵੇਖਿਆ, ਕਿਉਂਕਿ ਮੈਂ ਇਸ ਲਾਈਨ ਵਿੱਚ ਆ। ਥੋੜੇ ਜਿਹੇ ਚਿਰ ਪਹਿਲਾਂ ਦੀ ਗੱਲ ਏ, ਇੱਥੇ ਆਪਣੇ ਗੁਰੂ ਘਰ ਵਿੱਚ ਇੱਕ ਸੱਜਣ ਆਏ ਸਨ, ਮੈਂ ਨਾਂ ਨਹੀਂ ਲਵਾਂਗਾ, ਤੇ ਉਹਨਾਂ ਨੇ ਮੇਰੇ ਤੇ ਬੜਾ ਗੁੱਸਾ ਕੀਤਾ। ਗੁੱਸਾ ਕਿਹੜੀ ਗੱਲ ਦਾ ਕੀਤਾ? ਗਿਆਨੀ ਜੀ, ਤੁਸੀਂ ਇੱਥੇ ਗੁਰਦੁਆਰੇ 'ਚ ਨਾ ਪੂਰਨਮਾਸ਼ੀ ਮਨਾਉਂਦੇ ਹੋ, ਨਾ ਤੁਸੀਂ ਮੱਸਿਆ ਮਨਾਉਂਦੇ ਹੋ, ਤੇ ਨਾ ਤੁਸੀਂ ਸੰਗਰਾਂਦ ਮਨਾਉਂਦੇ ਹੋ, ਨਾ ਤੁਸੀਂ ਲੋਕਾਂ ਨੂੰ ਮਨਾਉਣ ਲਈ ਆਖਦੇ ਹੋ, ਨਾ ਤੁਸੀਂ ਇਹਨਾਂ ਨੂੰ ਪ੍ਰੇਰਿਤ ਕਰਦੇ ਹੋ, ਤੇ ਇਹ ਬੜੀ ਮਾੜੀ ਗੱਲ ਏ ਤੇ ਚੰਗੀ ਨਹੀਂ। ਤੇ ਮੈਂ ਆਖਿਆ ਵੀ ਚੰਗੀ ਹੋਏਗੀ ਤੇਰੇ ਵਾਸਤੇ, ਮਾੜੀ ਹੋਏਗੀ ਉਹ ਵੀ ਤੇਰੀ ਸੋਚ ਹੈ। ਮੇਰੇ ਤੇ ਦਿਮਾਗ ਵਿੱਚ ਇਹ ਚੀਜ਼ ਹੈ ਹੀ ਨਹੀਂ, ਤੇ ਗੁਰਮਤਿ ਇਸ ਦਾ ਭਰਵਾਂ ਖੰਡਨ ਕਰਦੀ ਹੈ ਕਿ ਸਾਰੇ ਦਿਨ ਵਾਹਿਗੁਰੂ ਜੀ ਦੇ ਬਣਾਏ ਹੋਏ ਨੇ। ਸੰਗਰਾਂਦ, ਮੱਸਿਆ, ਪੂਰਨਮਾਸ਼ੀ ਕੋਈ ਵੱਖਰੇ ਉਚੇਚੇ ਸਪੈਸ਼ਲ ਦਿਨ ਵਾਹਿਗੁਰੂ ਜੀ ਨੇ ਨਹੀਂ ਬਣਾਏ। ਇਹ ਵਾਹਿਗੁਰੂ ਜੀ ਦੀ ਕੁਦਰਤ ਹੈ, ਜਿਹਦੇ ਵਿੱਚ ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨੀ ਅਰ ਤਪਤ ਰਹਿ। ਜਦੋਂ ਤੋਂ ਮਾਲਕ ਨੇ ਤਿੰਨ ਗੁਣੀ ਮਾਇਆ ਵਾਲੀ ਸ੍ਰਿਸ਼ਟੀ ਦੀ ਰਚਨਾ ਕੀਤੀ ਏ, ਉਦੋਂ ਤੋਂ ਲੈ ਕੇ ਉਹੀ ਸੂਰਜ ਨਿਕਲ ਰਿਹਾ, ਉਹੀ ਚੰਦਰਮਾ ਸਾਡੇ ਸਾਹਮਣੇ ਆਉਂਦਾ ਹੈ, ਉਹੀ ਤਾਰੇ ਚੜ੍ਹਦੇ ਨੇ, ਉਹੀ ਰਾਤ ਪੈਂਦੀ, ਉਹੀ ਦਿਨ ਨਿਕਲਦਾ ਹੈ। ਤੇ ਦੱਸ ਕੋਈ ਦਿਨ ਚੰਗਾ ਕਿਵੇਂ ਹੋਇਆ ਤੇ ਮਾੜਾ ਕਿਵੇਂ ਹੋਇਆ? ਨਾ ਕੋਈ ਚੰਗਾ ਹੈ, ਨਾ ਕੋਈ ਮਾੜਾ ਹੈ। ਉਹ ਕਹਿੰਦੇ ਗੱਲ ਤਾਂ ਠੀਕ ਏ, ਪਰ ਸਾਡੇ ਤੇ 3 ਦਿਨ ਮਹੀਨੇ 'ਚ ਮਾਰੇ ਗਏ। ਮੈਂ ਜਿਹੜੀ ਗੱਲ ਤੁਹਾਨੂੰ ਆਖਿਆ ਨਾ, ਸਾਡੀ ਪ੍ਰੋਹਤ ਜਮਾਤ, ਸਾਡੇ ਧਾਰਮਿਕ ਲੋਕਾਂ ਦੀ ਜਿਹੜੀ ਜਮਾਤ ਏ, ਉਹ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਕਿਵੇਂ ਫਸਾਉਣਾ ਚਾਹੁੰਦੀ ਏ। ਆਪਣੀ ਰੋਟੀ ਬਦਲੇ, ਆਪਣੇ 4 ਪੈਸਿਆਂ ਬਦਲੇ ਇਹਨਾਂ ਨੂੰ ਗੁੰਮਰਾਹ ਕੀਤਾ ਜਾਏ, ਇਹਨਾਂ ਨੂੰ ਸੱਚੀ ਗੱਲ ਨਾ ਦੱਸੀ ਜਾਏ, ਤੇ ਮਹੀਨੇ ਵਿੱਚ 3 ਦਿਨ ਮਨਾਉਣ ਤੇ ਸਾਡਾ 3 ਦਿਨ ਦੀਵਾਨ ਲੱਗੇ ਤੇ ਸਾਨੂੰ 4 ਪੈਸੇ ਮਿਲਣ। ਗੱਲ ਸਿਰਫ ਇੰਨੀ ਹੈ, ਦੂਜੀ ਕੋਈ ਗੱਲ ਨਹੀਂ। ਇਹੀ ਬ੍ਰਾਹਮਣਵਾਦ ਨੇ ਕੀਤਾ ਸੀ। ਉਹਨੇ 365 ਦਿਨ ਸਾਲ ਦੇ ਪੂਰੇ ਕਿਸੇ ਨਾ ਕਿਸੇ ਧਰਮ ਦੇ ਪਹਿਲੇ ਨਾਲ ਜੋੜੇ ਹੋਏ ਨੇ, ਤੇ 365 ਦਿਨ ਉਹਦੀ ਰੋਟੀ ਲੋਕਾਂ ਦੇ ਘਰ ਹੋਏਗੀ, ਇਹ ਪੱਕੀ ਗੱਲ ਹੈ। ਕਿੰਨੇ ਨਰਾਤੇ 20-25 ਮਿੱਥ ਦਿੱਤੇ, ਕਿੰਨੇ ਸ਼ਰਾਧ ਬਣਾ ਦਿੱਤੇ, 12 ਮੱਸਿਆ ਬਣਾਤੀਆਂ, 12 ਪੂਰਨਮਾਸ਼ੀਆਂ ਬਣਾਤੀਆਂ, 12 ਸੰਗਰਾਂਦਾਂ ਬਣਾਤੀਆਂ। ਤੁਸੀਂ ਗਿਣ ਕੇ ਵੇਖੋ, ਪੂਰੇ 365 ਦਿਨ ਬਣਦੇ ਨੇ। ਇੱਕ ਵੀ ਦਿਨ ਖਾਲੀ ਨਾ ਜਾਣ ਦਿੱਤਾ ਜਿੱਦਨ ਉਹਦੀ ਰੋਟੀ ਕਿਸੇ ਧਰਮ ਦੇ ਨਾਂ ਹੇਠੋਂ ਬਾਹਰੋਂ ਪੱਕ ਕੇ ਨਾ ਆਏਗੀ। ਇਹ ਪ੍ਰੋਤਵਾਦ ਨੇ ਸਾਡੇ ਇਸ ਮਨੁੱਖਤਾ ਦੇ ਸਮਾਜ ਅੰਦਰ ਜਿੰਨਾ ਨੁਕਸਾਨ ਪਹੁੰਚਾਇਆ ਹੈ, ਇੰਨਾ ਬਾਕੀ ਲੋਕਾਂ ਨੇ ਪਹੁੰਚਾਇਆ। ਇਹਨਾਂ ਨੇ ਮਨੁੱਖ ਦੀ ਆਤਮਾ ਨੂੰ ਉਸ ਖੱਡ ਵਿੱਚ ਸੁੱਟ ਦਿੱਤਾ ਹੈ, ਮਾਨਸਿਕਤਾ ਨੂੰ ਉਸ ਖੱਡ ਵਿੱਚ ਸੁੱਟਿਆ ਹੈ, ਜਿਹਦੇ ਵਿੱਚੋਂ ਯਤਨ ਕਰਦੇ ਰਹੀ ਇਹਨਾਂ ਨੂੰ ਕੱਢਣ ਦਾ, ਨਿਕਲ ਨਹੀਂ ਸਕਦੇ। ਹੁਣ ਜੇ 1000 ਲੋਕ ਕਹਿ ਰਹੇ ਨੇ ਪੂਰਨਮਾਸ਼ੀ ਬੜਾ ਵਧੀਆ ਦਿਨ ਮਨਾਉਣਾ ਚਾਹੀਦਾ ਹੈ, ਇੱਕ ਗਿਆਨੀ ਜੀ ਆਖੇਗਾ ਕਿ ਨਹੀਂ ਛੱਡੋ ਪਰ ਇਹਦੇ ਚੋਂ ਕੀ ਲੈਣਾ ਹੈ, ਉਹੋ ਦਿਨ ਉਹੋ ਜਿਹਾ ਹੀ ਦਿਨ ਹੈ ਬਾਕੀ ਦਿਨਾਂ ਵਰਗਾ, ਤੇ ਲੋਕਾਂ ਨੂੰ ਲੱਗੇਗਾ ਵੀ ਇੱਕ ਸੱਚਾ ਹੈ ਕਿ ਉਹ 1000 ਬੰਦਾ ਸੱਚਾ। ਹੁਣ ਇਹਨਾਂ ਨੂੰ ਕੱਢਣਾ 1000 ਦੇ ਮੁਕਾਬਲੇ ਇੱਕ ਬੰਦੇ ਲਈ ਅਤ ਮੁਸ਼ਕਿਲ ਹੈ, ਪਰ ਜੇ ਤੁਸੀਂ ਸਾਥ ਦਿਓ ਤੇ ਬਹੁਤ ਕੁਝ ਕੀਤਾ ਜਾ ਸਕਦਾ। ਅਸੀਂ ਬਹੁਤ ਵਹਿਮਾਂ ਭਰਮਾਂ ਨੂੰ ਛੱਡ ਸਕਦੇ ਹਾਂ, ਉਹਨਾਂ ਵਿੱਚੋਂ ਨਿਕਲ ਸਕਦੇ ਹਾਂ, ਪਰ ਕੋਈ ਇਕੱਲਾ ਨਹੀਂ। ਇਸੇ ਲਈ ਸ਼ਾਇਦ ਗੁਰੂ ਜੀ ਨੇ ਸੰਗਤ ਬਣਾਈ ਸੀ ਵੀ ਸੰਗਤ ਵਿੱਚ ਮਿਲ ਕੇ ਵਿਚਾਰ ਕਰਕੇ ਕਿਸੇ ਕਰਮ ਦਾ ਤਿਆਗ ਕਰਨਾ ਹੈ ਤੇ ਉਹਨੂੰ ਸੋਚ ਸਮਝ ਕੇ ਕਰ ਦਿਓ ਜੇ ਨਹੀਂ ਠੀਕ ਬੈਠਦਾ। ਕਿਸੇ ਕਰਮ ਨੂੰ ਅਪਣਾਉਣਾ ਹੈ ਤੇ ਸੋਚ ਸਮਝ ਕੇ ਅਪਣਾ ਲਓ ਜੇ ਉਹ ਠੀਕ ਬੈਠਦਾ ਸਾਡੇ ਜੀਵਨ ਦੇ ਅੰਦਰ। ਸਿੱਧੀ ਜੀ ਗੱਲ ਹੈ, ਕੋਈ ਇਹਦੇ ਚ ਰੱਬ ਦਾ ਕੋਈ ਲੈਣ ਦੇਣ ਨਹੀਂ। ਰੱਬ ਨੇ ਕਿਸੇ ਨੂੰ ਨਹੀਂ ਆਖ ਕੇ ਭੇਜਿਆ ਕਿ ਅਮਰੀਕਾ ਦੇ ਵਿੱਚ ਤੁਸੀਂ ਰਾਈਟ ਹੈਂਡ ਡਰਾਈਵ ਕਰਨੀ ਹੈ ਤੇ ਇੰਡੀਆ ਵਿੱਚ ਲੈਫਟ ਹੈਂਡ ਕਰਨੀ ਹੈ। ਇਹ ਕਾਨੂੰਨ ਸਾਡੇ ਬਣਾਏ ਹੋਏ ਨੇ, ਅਸੀਂ ਉਹਨਾਂ ਦੇ ਮੁਤਾਬਕ ਜੀਵਨ ਜਿਉਣਾ, ਜਿਵੇਂ ਸਾਨੂੰ ਚੰਗਾ ਲੱਗੇ ਉਸ ਤਰ੍ਹਾਂ ਜੀਵੀਏ। ਰੱਬ ਕੋਈ ਨਾਰਾਜ਼ ਨਹੀਂ ਇਹਦੇ ਚ ਹੁੰਦਾ। ਇਹ ਸਿਰਫ ਸਾਡੀ ਆਪਣੀ ਸੋਚ ਤੇ ਸਮਝ ਦੇ ਉੱਤੇ ਨਿਰਭਰ ਕਰਦਾ ਹੈ। ਆਓ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ, ਪਾਪ ਪੁੰਨ
ਤਹ ਭਈ ਕਹਾਵਤ। ਇਸ ਢੰਗ ਦੇ ਨਾਲ ਇਹ ਪਾਪ ਤੇ ਪੁੰਨ ਦੀਆਂ ਗੱਲਾਂ ਚੱਲ ਪਈਆਂ, ਕਹਾਵਤਾਂ ਤੁਰ ਪਈਆਂ। ਕੋ ਨਰਕ, ਪਾਪ ਕਰਨ ਵਾਲਿਆਂ ਨੂੰ ਆਖਿਆ ਨਰਕਾਂ 'ਚ ਪੈ ਜਾਣਗੇ ਤੇ ਪੁੰਨ ਕਰਨ ਵਾਲਿਆਂ ਨੂੰ ਆਖਿਆ ਸਵਰਗਾਂ ਵਿੱਚ ਚਲੇ ਜਾਣਗੇ। ਇਹ ਗੁਰਮਤ ਦੀ ਵਿਚਾਰਧਾਰਾ ਕੋਈ ਮੇਰੀ ਆਪਣੀ ਬਣਾਈ ਹੋਈ ਨਹੀਂ। ਇਸ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਤੇ ਜੀਵਨ ਵਿੱਚ ਅਪਣਾਈਏ। ਕੇਵਲ ਸਮਝਣ ਨਾਲ ਕੁਝ ਨਹੀਂ ਹੋਣਾ। ਗੁਰੂ ਨਾਨਕ ਸਾਹਿਬ ਦੀ ਜਿਹੜੀ ਵਿਚਾਰ ਹੈ ਨਾ, ਉਹਨਾਂ ਨੇ ਸਾਨੂੰ ਵਿਚਾਰਨ ਲਈ ਕੁਝ ਆਖਿਆ। ਗੁਰਬਾਣੀ ਜੇ ਲਿਖ ਕੇ ਸਾਨੂੰ ਦਿੱਤੀ ਹੈ ਨਾ ਇਸ ਢੰਗ ਨਾਲ, ਉਹ ਇਹਨੂੰ ਇਤਿਹਾਸ ਦੀ ਤਰ੍ਹਾਂ ਵੀ ਲਿਖ ਸਕਦੇ ਸਨ। ਜਿਵੇਂ ਅਸੀਂ ਸਾਖੀਆਂ ਕਹਾਣੀਆਂ ਲਿਖਦੇ ਹਾਂ ਉਸ ਤਰ੍ਹਾਂ ਵੀ ਲਿਖ ਸਕਦੇ ਸਨ। ਉਸ ਤਰ੍ਹਾਂ ਵਿਚਾਰਨ ਦੀ ਲੋੜ ਨਹੀਂ ਸੀ ਪੈਣੀ ਤੇ ਅਸੀਂ ਅੱਖਾਂ ਬੰਦ ਕਰਕੇ ਜੋ ਸਾਡੀ ਮਾਨਾਈ ਹੁੰਦੀ ਅਸੀਂ ਕਰੀ ਜਾਂਦੇ। ਪਰ ਉਹਨਾਂ ਨੇ ਉਹਨੂੰ ਇਸ ਰੂਪ ਵਿੱਚ ਲਿਖਿਆ, ਇਸ ਰੂਪ ਵਿੱਚ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਬੰਦਾ ਇਸ ਨੂੰ ਵਿਚਾਰੇ ਕਿ ਇਸ ਕਵਿਤਾ ਵਿੱਚ ਕੀ ਆਖਿਆ ਜਾ ਰਿਹਾ ਹੈ। ਸੋ ਜਿੰਨਾ ਚਿਰ ਵਿਚਾਰਾਂਗੇ ਨਹੀਂ ਸਮਝ ਨਹੀਂ ਪਵੇਗੀ। ਇਸ ਨੂੰ ਵਿਚਾਰਾਂਗੇ ਤੇ ਜਿਹੜੇ ਮਨੁੱਖਾਂ ਨੇ ਪੁੰਨ ਕਰਮ ਕੀਤੇ, ਆਖਿਆ ਗਿਆ ਹੈ ਹੁਣ ਸਵਰਗਾਂ ਵਿੱਚ ਚਲੇ ਜਾਣਗੇ, ਤੇ ਇਹਨਾਂ ਦੇ ਸਵਰਗ ਜਾਣ ਦੀ ਆਸਾ ਵੀ ਵੱਧ ਗਈ ਤੇ ਉਹਨੇ ਹੋਰ ਪੁੰਨ ਕਰਨੇ ਸ਼ੁਰੂ ਕਰ ਦਿੱਤੇ ਵੀ ਇਹ ਤੇ ਬੜੀ ਚੰਗੀ ਗੱਲ ਹੈ। ਸਾਰੇ ਲੋਕ ਕਹਿੰਦੇ ਨੇ ਹੁਣ ਸਵਰਗਾਂ ਨੂੰ ਜਾਓ ਤੇ ਜਾਵਾਂਗੇ, ਮੌਜਾਂ ਮਾਣਾਂਗੇ। ਨਰਕ ਵਾਲੇ ਨੇ ਲੁਕਾਉਣਾ ਚਾਹਿਆ ਆਪਣਾ ਆਪਾ। ਕੋ ਨਰਕ ਕੋ ਸੁਰਗ ਬੰਛਾਵਤ। ਪਰ ਗੁਰੂ ਜੀ ਫਰਮਾਹ ਕੀ ਰਹੇ ਨੇ, ਆਲ ਜਾਲ ਮਾਇਆ ਜੰਜਾਲ। ਇਹ ਸਭ ਕੁਝ ਜੰਜਾਲ ਹੈ, ਇਹਦੇ ਵਿੱਚ ਰੱਤਾ ਭਰ ਸਚਾਈ ਨਹੀਂ। ਆਲ ਮੈਨੇ ਹੁੰਦਾ ਘਰ, ਜਾਲ ਮੈਨੇ ਬੰਧਨ। ਅਸੀਂ ਜਦੋਂ ਕਿਸੇ ਕੋਈ ਸ਼ਿਕਾਰੀ ਜਾਲ ਪਾਉਂਦਾ ਹੈ ਤੇ ਉਹਦੇ ਵਿੱਚ ਜੀਵ ਫਸ ਜਾਂਦੇ ਨੇ ਤੇ ਉਹ ਬੰਧਨਾਂ 'ਚ ਫਸ ਜਾਂਦੇ ਨੇ। ਅਸੀਂ ਜਾਲ ਵਿੱਚ ਫਸ ਗਏ ਹਾਂ ਤੇ ਜਾਲ ਕਿਹੜਾ? ਮਾਇਆ ਦੇ ਤਿੰਨਾਂ ਗੁਣਾਂ ਦਾ। ਤੇ ਉਸ ਜਾਲ ਨੂੰ ਫੈਲਾਉਣ ਦਾ ਜਿਹੜਾ ਸਿਹਰਾ ਵੱਜਦਾ ਹੈ ਉਹ ਧਾਰਮਿਕ ਲੋਕਾਂ ਦੇ ਸਿਰ ਤੇ ਵੱਜਦਾ, ਉਹ ਪੁਰੋਹਿਤ ਜਮਾਤ ਦੇ ਸਿਰ ਤੇ ਵੱਜਦਾ। ਇਹਨਾਂ ਲੋਕਾਂ ਨੇ ਐਸਾ ਜਾਲ ਧਰਮ ਦਾ ਵਿਛਾ ਦਿੱਤਾ ਜਿਹਦੇ ਵਿੱਚ ਲੋਕਾਈ ਮਨੁੱਖਤਾ ਫਸ ਕੇ ਰਹਿ ਗਈ। ਹੁਣ ਕੱਢਿਆਂ ਵੀ ਬਾਹਰ ਨਿਕਲਣ ਲਈ ਰਾਜੀ ਨਹੀਂ ਹਨ, ਕਿਉਂਕਿ ਉਹ ਜਾਲ ਦੇ ਨਾਲ ਇੱਕ ਸੁਰ ਹੋ ਗਏ ਨੇ। ਉਹਨੂੰ ਮੰਨ ਲਿਆ ਕਿ ਜਾਲ ਨਹੀਂ, ਇਹ ਤੇ ਸਵਰਗ ਹੈ ਤੇ ਹੁਣ ਉਹਦੇ ਚੋਂ ਸਵਰਗ ਚੋਂ ਕੌਣ ਨਿਕਲਣਾ ਚਾਹੇਗਾ? ਸੋ ਗੱਲ ਇਹ ਬਣੀ, ਗੁਰੂ ਸਾਹਿਬ ਫਰਮਾ ਰਹੇ ਨੇ ਆਲ ਜਾਲ, ਇਹ ਕਰੋਗੀ ਬੰਧਨ ਜਿਹੜੇ ਮਾਇਆ ਦੇ ਤਿੰਨਾਂ ਗੁਣਾਂ ਕਰਕੇ ਸਾਨੂੰ ਪਏ ਨੇ, ਇਹ ਪੂਰੇ ਦਾ ਪੂਰਾ, ਇਹ ਪੂਰਾ ਇੱਕ ਜਾਲ ਹੈ। ਇਹ ਭਰਮਾਂ ਦਾ ਜਾਲ ਹੈ ਜਿਹਦੇ ਵਿੱਚ ਮਨੁੱਖ ਫਸ ਗਏ ਨੇ। ਹਉਮੈ ਮੋਹ ਭਰਮ ਭੈ ਭਾਰ, ਇਹਦੇ ਵਿੱਚ ਫਸਿਆ ਹੋ ਕੀ ਰਿਹਾ ਹੈ? ਕਿਸੇ ਪਾਸੇ ਕਿਸੇ ਮਨੁੱਖ ਦੇ ਅੰਦਰ ਹਉਮੈ ਵੱਧ ਰਹੀ ਹੈ ਕਿ ਮੈਨੂੰ ਬਹੁਤ ਕੁਝ ਸਮਝ ਆ ਗਈ ਤੇ ਉਹ ਹਉਮੈ ਦਾ ਮਾਰਿਆ ਕਿਤੇ ਥੱਲੇ ਨਹੀਂ ਜ਼ਮੀਨ ਤੇ ਲੱਗਦਾ ਉਹਦਾ ਪੈਰ ਕਿ ਮੈਨੂੰ ਬਹੁਤ ਸਮਝ ਆ ਗਈ। ਮੋਹ ਜਿਹੜਾ ਸਾਨੂੰ ਦੂਜਿਆਂ ਦੇ ਨਾਲ ਘੁੱਟ ਕੇ ਬੰਨੀ ਰੱਖਦਾ, ਸਾਨੂੰ ਟੁੱਟਣ ਨਹੀਂ ਦਿੰਦਾ। ਜਿੰਨਾ ਚਿਰ ਮਨੁੱਖ ਇਸ ਮੋਹ ਦੇ ਬੰਧਨਾਂ ਤੋਂ ਟੁੱਟੇਗਾ ਨਹੀਂ, ਆਜ਼ਾਦ ਨਹੀਂ ਹੋਏਗਾ, ਇਸ ਭਰਮ ਦੇ ਜਾਲ ਚੋਂ ਨਿਕਲੇਗਾ ਨਹੀਂ, ਉਹਨਾਂ ਚਿਰ ਕਮ ਸੇ ਕਮ ਉਸ ਨਿਰਮਲ ਵਾਹਿਗੁਰੂ ਜੀ ਦੇ ਨਾਲ ਨਹੀਂ ਜੁੜ ਪਾਏਗਾ। ਦੁਨੀਆ ਦੀ ਨਿਗਾਹ ਵਿੱਚ ਉਹ ਪੁੰਨ ਕਰਮੀ ਬਣ ਜਾਏਗਾ। ਲੋਕ ਆਖਣਗੇ ਬਹੁਤ ਚੰਗਾ ਇਨਸਾਨ ਹੈ, ਪਰ ਰੱਬ ਨਾਲ ਜੁੜਨਾ ਬਿਲਕੁਲ ਵੱਖਰਾ ਰਸਤਾ ਹੈ। ਸਾਨੂੰ ਗੁਰਬਾਣੀ ਨੂੰ ਵਿਚਾਰਨਾ ਪਏਗਾ, ਗੁਰਬਾਣੀ ਨੂੰ ਸਮਝਣਾ ਹੋਏਗਾ। ਅਸੀਂ ਇਹਨਾਂ ਭਰਮ ਦੇ ਭਾਰ ਹੇਠ, ਭਰਮ ਤੇ ਡਰ ਆਦਿਕ ਦੇ ਭਾਰ ਹੇਠ ਦੱਬ ਕੇ ਰਹਿ ਗਏ ਹਾਂ। ਆਓ ਗੁਰੂ ਸਾਹਿਬ ਜੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇਸ ਤਰ੍ਹਾਂ ਕਰਦਿਆਂ ਕਰਦਿਆਂ ਅਸੀਂ ਦੁੱਖ ਸੁੱਖ ਤੇ ਮਾਨ ਤੇ ਅਪਮਾਨ ਵਿੱਚ ਵੀ ਫਸੇ। ਅਨੇਕ ਪ੍ਰਕਾਰ ਕੀਓ ਬਖਿਆਨ, ਸਿਆਣਿਆਂ ਉਹਨਾਂ ਧਾਰਮਿਕ ਆਗੂਆਂ ਨੇ ਅਨੇਕ ਪ੍ਰਕਾਰ ਦੇ ਵਖਿਆਨ। ਇਹਨਾਂ ਇੱਕ ਇੱਕ ਸ਼ਬਦ ਨੂੰ ਲੈ ਕੇ ਵੇਖੋ, ਪਾਪ ਹੈ, ਪੁੰਨ ਹੈ, ਨਰਕ ਸਵਰਗ, ਇਹ ਮਾਇਆ ਦੇ ਹਉਮੈ ਵਾਲੇ ਜਾਲ ਨੇ। ਮੋਹ ਹੈ, ਭਰਮ ਹੈ ਅਤੇ ਡਰ ਹੈ। ਦੁੱਖ ਕਿਤੇ ਕਿਤੇ ਸੁੱਖ ਹੈ, ਕੋਈ ਮਾਨ ਹੇਠਾਂ ਦੱਬ ਗਿਆ, ਕੋਈ ਅਪਮਾਨ ਹੇਠਾਂ ਦੱਬ ਗਿਆ। ਇਹ ਇੱਕ ਇੱਕ ਸ਼ਬਦ ਦੇ ਉੱਤੇ ਹਜ਼ਾਰਾਂ ਤਰ੍ਹਾਂ ਦੇ ਗ੍ਰੰਥ ਲਿਖੇ ਜਾ ਚੁੱਕੇ ਨੇ ਔਰ ਲੋਕ ਇਹਦੇ ਵਿੱਚ ਹੀ ਉਲਝੇ ਹੋਏ ਨੇ। ਇਹਦੇ ਵਿੱਚੋਂ ਇਹ ਸਾਰੇ ਦਾ ਸਾਰਾ ਜਾਲ ਹੈ। ਜਿੰਨਾ ਚਿਰ ਵਿਚਾਰ ਨਹੀਂ ਕਰਦੇ, ਇਹ ਉਦੋਂ ਜਾਲ ਟੁੱਟ ਜਾਏਗਾ
ਜਦੋਂ ਅਸੀਂ ਵਿਚਾਰ ਕਰਕੇ ਇਸ ਜਾਲ ਨੂੰ ਤੋੜ ਕੇ ਬਾਹਰ ਨਿਕਲ ਜਾਵਾਂਗੇ ਤੇ ਅਸੀਂ ਆਜ਼ਾਦ ਪੰਛੀ ਹੋ ਜਾਵਾਂਗੇ। ਫਿਰ ਆਕਾਸ਼ ਬੜਾ ਹੀ ਵੱਡਾ ਏ, ਬੜਾ ਖੁੱਲਾ ਏ, ਖੁੱਲੀਆਂ ਉਡਾਰੀਆਂ ਮਾਰਾਂਗੇ। ਇੱਕ ਵਾਰੀ ਸੋਚੀਏ ਤੇ ਸਹੀ ਕਿ ਅਸੀਂ ਇਸ ਜਾਲ ਵਿੱਚੋਂ ਨਿਕਲਣਾ ਹੈ। ਪਰ ਦੁੱਖ ਦੀ ਗੱਲ ਹੈ, ਅਸੀਂ ਸੋਚਣ ਤੇ ਰਾਜੀ ਨਹੀਂ ਹਾਂ, ਕਿਉਂਕਿ ਅਸੀਂ ਇਹਦੇ ਨਾਲ ਕੰਪਰੋਮਾਈਜ਼ ਕਰ ਚੁੱਕੇ ਹਾਂ ਕਿ ਬਸ ਬਹੁਤ ਵਧੀਆ, ਮੈਨੂੰ ਸੋਹਣਾ ਘਰ ਬਣ ਗਿਆ, ਬਸ ਹੁਣ ਬੜਾ ਵਧੀਆ ਹੋ ਗਿਆ, ਬਸ ਇੱਥੇ ਰੁਕ ਜਾਂਦੇ ਹਾਂ। ਅੱਗੇ ਸਾਡੀ ਸੋਚ ਤੁਰਦੀ ਹੀ ਨਹੀਂ ਕਿ ਕੇਵਲ ਇਸ ਘਰ ਨਾਲ ਹੀ ਮੇਰਾ ਸੰਬੰਧ ਨਹੀਂ, ਇਸ ਘਰ ਨਾਲ ਤੇ ਥੋੜਾ ਜਿਹਾ ਸਮਾਂ ਸੰਬੰਧ ਹੈ ਮੇਰਾ, ਇਸ ਸਮਾਜ ਨਾਲ, ਇਸ ਦੁਨੀਆ ਨਾਲ, ਇਸ ਧਰਤੀ ਨਾਲ ਮੇਰਾ ਥੋੜਾ ਜਿਹਾ ਸਮਾਂ ਸੰਬੰਧ ਹੈ। ਆਖਰ ਮੈਨੂੰ ਇਹ ਸੰਬੰਧ ਤੋੜਨਾ ਪੈਣਾ ਜਦੋਂ ਮੇਰਾ ਅੰਤ ਸਮਾਂ ਆਇਆ, ਤੇ ਫਿਰ ਵੀ ਤੇ ਟੁੱਟਣਾ ਹੈ। ਹੁਣ ਮੈਂ ਇਹਦੇ ਵਿੱਚ ਰਹਿੰਦਾ ਹੋਇਆ ਕਿਉਂ ਨਹੀਂ ਤੋੜਦਾ? ਕਿਉਂ ਨਹੀਂ ਮੈਂ ਉਸ ਮਾਲਕ ਨਾਲ ਜੁੜਦਾ ਜਿਹਦੇ ਨਾਲ ਟੁੱਟ ਕੇ ਮੈਂ ਦੁਖੀ ਹੋ ਰਿਹਾ? ਬਸ ਜਿੱਦਣ ਇਹ ਗੱਲ ਸਮਝ ਆ ਗਈ ਉਦੋਂ ਇਹ ਸਾਰੇ ਭਰਮ ਦੇ ਜਾਲ ਟੁੱਟ ਜਾਣਗੇ। ਤੇ ਗੁਰੂ ਸਾਹਿਬ ਜੀ ਨੇ ਜਿਹੜਾ ਫੈਸਲਾ ਕੀਤਾ ਉਹ ਇਹ ਹੈ, ਆਪਨ ਖੇਲ ਆਪ ਕਰ ਦੇਖੈ। ਇਹ ਤਿੰਨਾਂ ਗੁਣਾਂ ਵਾਲੀ ਮਾਇਆ ਦਾ ਜਿਹੜਾ ਪਸਾਰੇ ਦਾ ਖੇਲ ਹੈ ਨਾ, ਇਹ ਮਾਲਕ ਦਾ ਆਪਣਾ ਹੈ। ਉਹਨੇ ਆਪ ਇਸ ਨੂੰ ਪੈਦਾ ਕੀਤਾ ਹੈ ਤੇ ਇਸ ਖੇਲ ਨੂੰ ਆਪ ਵੇਖ ਰਿਹਾ ਹੈ। ਖੇਲ ਸੰਕੋਚਾ ਹੈ। ਤੁਸੀਂ ਕਦੀ ਪਿੰਡਾਂ ਵਿੱਚ ਮਦਾਰੀ ਵੇਖਿਆ ਹੋਵੇਗਾ, ਉਹ ਡੁਗਡੁਗੀ ਆਪਣੀ ਵਜਾਉਂਦਾ ਹੈ, ਬੱਚੇ, ਬੁੱਢੇ, ਸਿਆਣੇ, ਜਵਾਨ, ਕੁੜੀਆਂ, ਮੁੰਡੇ ਸਭ ਇਕੱਠੇ ਹੋ ਜਾਂਦੇ ਨੇ ਉਹ ਡੁਗਡੁਗੀ ਸੁਣ ਕੇ ਕਿ ਇੱਥੇ ਹੁਣ ਕੋਈ ਤਮਾਸ਼ਾ ਲੱਗਣ ਵਾਲਾ ਹੈ। ਫਿਰ ਉਹ ਆਪਣੀ ਕਟਾਰੀ ਖੋਲਦਾ ਹੈ, ਵਿੱਚੋਂ ਸੱਪ ਕੱਢ, ਕਬੂਤਰ ਕੱਢ, ਕੀ ਕੱਢਦਾ, ਵਿੱਚੋਂ ਮਾਇਆ ਕੱਢ, ਬੰਸਰੀ ਵਜਾ, ਫਿਰ ਉਹ ਪੂਰਾ ਤਮਾਸ਼ਾ ਇੱਕ ਵਾਰੀ ਖਿਲਾਰ ਦਿੰਦਾ। ਤੇ ਚਾਰ ਸਵੇਰੇ ਲੋਕ ਖਲੋਤੇ ਬੜੇ ਆਨੰਦ ਮਾਣ ਰਹੇ ਨੇ, ਹੱਸਦੇ ਖੇਡਦੇ, ਤਾੜੀਆਂ ਵਜਾਉਂਦੇ, ਸੋਹਣਾ ਤਮਾਸ਼ਾ ਲੱਗਾ। ਪਰ ਉਸ ਤਮਾਸ਼ੇ ਵਿੱਚ ਜਿਹੜੇ ਲੋਕ ਤਮਾਸ਼ੇ ਦੇ ਨਾਲ ਇੱਕ ਸੁਰ ਹੋ ਜਾਂਦੇ ਨੇ, ਵੱਜ ਜਾਂਦੇ ਨੇ, ਜਦੋਂ ਤਮਾਸ਼ਾ ਮੁੱਕੇਗਾ ਦੁਖੀ ਹੋਣਗੇ। ਇਹ ਤੇ ਬੜਾ ਸੋਹਣਾ ਲੱਗ ਰਿਹਾ ਸੀ, ਇਹ ਤੇ ਬੰਦ ਨਹੀਂ ਸੀ ਹੋਣਾ ਚਾਹੀਦਾ, ਇਹਦਾ ਤੇ ਮੁੱਕਣਾ ਨਹੀਂ ਸੀ ਚਾਹੀਦਾ, ਇਹ ਕਿਉਂ ਮੁੱਕ ਗਿਆ? ਫਿਰ ਉਹ ਦੁੱਖ ਦਾ ਕਾਰਨ ਉਹ ਸਾਡੀ ਅਟੈਚਮੈਂਟ ਹੈ। ਇਹ ਸਾਨੂੰ ਸਮਝਣਾ ਹੋਏਗਾ। ਖੇਲ ਸੰਕੋਚਾ ਹੈ। ਜਦੋਂ ਮਦਾਰੀ ਆਪਣੇ ਖੇਡ ਨੂੰ ਇਕੱਠਿਆਂ ਕਰਦਾ ਹੈ ਤਾਂ ਨਾਨਕ ਇੱਕ ਹੈ, ਇੱਕ ਅਕਾਲ ਪੁਰਖ ਵਾਹਿਗੁਰੂ, ਉਹ ਫਿਰ ਬਚ ਜਾਂਦਾ ਹੈ, ਉਹਦਾ ਵਿਨਾਸ਼ ਨਹੀਂ ਹੁੰਦਾ। ਸੋ ਆਪਾਂ ਉਸ ਇੱਕ ਨਾਲ ਜੁੜੀਏ ਜਿਹੜਾ ਇੱਕ ਸਦਾ ਰਹਿੰਦਾ ਹੈ, ਜਿਹੜਾ ਇੱਕ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਵਿੱਚ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਹੈ। ਆਓ ਉਹਦੇ ਨਾਲ ਜੁੜੀਏ, ਵਹਿਮਾਂ ਭਰਮਾਂ ਚੋਂ ਨਿਕਲੀਏ, ਤਾਂ ਜੋ ਸਾਡਾ ਇਹ ਮਨੁੱਖਾ ਜੀਵਨ ਚੰਗਾ ਜੀਵਨ ਬਣ ਸਕੇ, ਅਸੀਂ ਚੰਗੇ ਇਨਸਾਨ ਬਣ ਸਕੀਏ ਤੇ ਇਸ ਸਮੇਂ ਨੂੰ ਸਫਲ ਬਣਾ ਸਕੀਏ। ਇੰਨੇ ਕੁ ਸ਼ਬਦ ਪ੍ਰਵਾਨ ਕਰਨਾ ਜੀ। ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।